ਹਜ਼ੂਰੀ ਦੇ ਅੰਦਰ ਵਿਰਾਜਮਾਨ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਹਰ ਮਹੀਨੇ ਦੀ ਤਰ੍ਹਾਂ ਹਰ ਸੰਗਰਾਂਦ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਅਕੀਦਾ ਰੱਖ ਕਰਕੇ ਪਾਤਸ਼ਾਹ ਜੀ ਦੀ ਦਰ ਦੀਆਂ ਖੁਸ਼ੀਆਂ ਨਾਮ ਸਿਮਰਨ ਦੇ ਨਾਲ ਜੁੜ ਕਰਕੇ ਅਤੇ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਕੇ ਪ੍ਰਾਪਤ ਕਰਦੇ ਹੋ। ਇਹਨਾਂ ਖੁਸ਼ੀਆਂ ਦੇ ਵਿੱਚ ਜਿੱਥੇ ਮਨੁੱਖ ਅਰਦਾਸਾਂ ਕਰਦਾ ਹੈ, ਉੱਥੇ ਇੱਕ ਭਾਵਨਾ ਰੱਖਦਾ ਹੈ ਕਿ ਆਪਣੇ ਗੁਰੂਆਂ ਦੇ ਪੁਰਬ, ਆਪਣੇ ਪੂਰਵਜਾਂ ਦੇ ਸਾਡੇ ਜੀਵਨ ਦੇ ਵਿੱਚ ਪਾਏ ਹੋਏ ਪੂਰਨਿਆਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਵੀ ਯਤਨ ਕਰਦੇ ਹਾਂ। ਜਦੋਂ ਇਹ ਮਨੁੱਖ, ਇਹ ਇਨਸਾਨ ਗੁਰਬਾਣੀ ਦੀ ਵਿਚਾਰ ਕਰਦਾ ਹੈ, ਜਦੋਂ ਇਸ ਦੇ ਜੀਵਨ ਦੇ ਅੰਦਰ ਪਾਤਸ਼ਾਹ ਜੀ ਦੇ ਘਰ ਦੀ ਕਿਰਪਾ ਹੁੰਦੀ ਹੈ ਤੇ ਉਦੋਂ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਰਹਿਮਤ ਹੈ, ਬਖਸ਼ਿਸ਼ ਹੈ ਕਿ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਜੀਵਨ ਹੈ ਨਾ, ਇਹ ਜੀਵਨ ਕਰਮ ਅਤੇ ਲੇਖ ਦੇ ਅਨੁਸਾਰ ਚੱਲਦਾ ਪਿਆ ਹੈ। ਮਨੁੱਖ ਦੇ ਜੀਵਨ ਦੇ ਅੰਦਰ ਕਰਮ ਜਿਹੜੇ ਹਨ ਉਹ ਵੀ ਕੰਮ ਕਰਦੇ ਹਨ ਤੇ ਲੇਖ ਵੀ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਮਨੁੱਖ ਦੇ ਕਰਮ ਕਰਦੇ ਹਨ, ਕੰਮ ਕਰਦੇ ਹਨ। ਹੁਣ ਮਨੁੱਖ ਇਨਸਾਨ ਇਹ ਸਮਝਦਾ ਹੈ ਕਿ ਕਰਮਾਂ ਦੀ ਕਿਹੜੀ ਗੱਲ ਹੈ ਕਿ ਕਰਮ ਤੇ ਮਨੁੱਖ ਆਪਣੀ ਤਬਦੀਲ ਕਰ ਸਕਦਾ ਹੈ। ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਆਪਣੇ ਕਰਮ ਤੇ ਤਬਦੀਲ ਕਰ ਸਕਦਾ ਹੈ। ਇੱਕ ਮਨੁੱਖ ਮਾੜੇ ਕਰਮ ਕਰਦਾ ਹੈ ਤੇ ਉਸ ਨੂੰ ਕੋਈ ਚੰਗੀ ਸੰਗਤ ਮਿਲਦੀ ਹੈ, ਚੰਗਾ ਵਿਚਾਰਵਾਨ ਮਨੁੱਖ, ਕੋਈ ਮਹਾਂਪੁਰਖ ਮਿਲਦਾ ਹੈ ਤੇ ਉਸ ਮਨੁੱਖ ਦੇ ਜੀਵਨ ਦੇ ਅੰਦਰ ਜਦੋਂ ਤਬਦੀਲੀ ਆਉਂਦੀ ਹੈ ਤੇ ਉਸ ਦੇ ਜੀਵਨ ਦੇ ਵਿੱਚ ਜਿਹੜੇ ਉਸ ਦੇ ਕਰਮ ਸਨ ਉਹ ਤਬਦੀਲ ਹੋ ਗਏ। ਹੁਣ ਜੇ ਇੱਕ ਆਮ ਇਨਸਾਨ ਕੋਈ ਨਸ਼ੇ ਪੱਤੇ ਕਰਦਾ ਹੈ, ਕੋਈ ਮਾੜੇ ਕਰਮ ਕਰਦਾ ਹੈ ਤੇ ਇਸ ਮਨੁੱਖ ਨੂੰ ਜਦੋਂ ਚੰਗੇ ਕਰਮਾਂ ਵਾਲਾ ਇਨਸਾਨ, ਚੰਗੇ ਭਾਗਾਂ ਵਾਲਾ ਬੰਦਾ ਮਿਲ ਗਿਆ ਤੇ ਇਹ ਵੀ ਇਨਸਾਨ ਆਪਣੇ ਸੁਭਾਅ ਨੂੰ ਬਦਲ ਕਰਕੇ ਚੰਗੇ ਕਰਮ ਕਰਨੇ ਸ਼ੁਰੂ ਕਰ ਗਿਆ। ਹੁਣ ਜਦੋਂ ਵਿਚਾਰ ਕਰਦਾ ਹੈ ਮਨੁੱਖ ਕਿ ਮੇਰੇ ਜੀਵਨ ਦੇ ਅੰਦਰ ਇਹ ਤਾਂ ਹੈ ਕਿ ਮੈਂ ਆਪਣੇ ਜੀਵਨ ਦੇ ਕਰਮ ਜਿਹੜੇ ਸਨ ਉਹ ਤੇ ਬਦਲ ਲਏ ਹਨ, ਪਰ ਹੁਣ ਜਿਹੜੇ ਮੱਥੇ ਦੇ ਲੇਖ ਹਨ ਇਹਨਾਂ ਨੂੰ ਕੌਣ ਬਦਲੇਗਾ। ਹੁਣ ਮਨੁੱਖ ਸੰਸਾਰ ਜਗਤ ਦੇ ਅੰਦਰ ਜੇ ਭ੍ਰਮਣ ਕਰੇ, ਸੋਚੇ, ਕੁਝ ਸਮਝੇ ਕਿ ਲੇਖ ਜਿਹੜੇ ਹਨ ਇਹ ਕੌਣ ਬਦਲ ਸਕਦਾ। ਤੇ ਜਦੋਂ ਪਾਤਸ਼ਾਹ ਜੀ ਦੀ ਬਾਣੀ ਪੜ੍ਹੀ ਤੇ ਮਨੁੱਖ ਨੂੰ ਪਤਾ ਲੱਗ ਗਿਆ ਕਿ ਲੇਖਾਂ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ, ਕੋਈ ਬਦਲ ਨਹੀਂ ਸਕਦਾ, ਕਿਉਂਕਿ ਪਾਤਸ਼ਾਹ ਜੀ ਦੀ ਧੁਰ ਦਰਗਾਹ ਤੋਂ ਇਹ ਜਿਹੜੇ ਲੇਖ ਲਿਖੇ ਹੋਏ ਆਉਂਦੇ ਹਨ ਤੇ ਜਿਸ ਤਰ੍ਹਾਂ ਦੇ ਲੇਖ ਪਰਮਾਤਮਾ ਨੇ ਲਿਖ ਦਿੱਤੇ ਤੇ ਮਨੁੱਖ ਨੂੰ ਉਸ ਤਰ੍ਹਾਂ ਦੇ ਲੇਖਾਂ ਦੇ ਵਿੱਚ ਜੀਵਨ ਬਤੀਤ ਕਰਨਾ ਪੈਂਦਾ ਹੈ। ਕਿਉਂਕਿ ਸਤਿਗੁਰੂ ਜੀ ਆਖਦੇ ਹਨ ਕਿ ਲੇਖ ਨਾ ਮਿਟੇ ਹੈ ਸਿੱਖੀ, ਜੋ ਲਿਖਿਆ ਕਰਤਾਰ। ਪਰਮਾਤਮਾ ਨੇ ਜਿਹੜੇ ਲੇਖ ਹਨ, ਜਿਹੜੇ ਲਿਖ ਦਿੱਤੇ ਉਹ ਭਾਈ ਭੋਗਣੇ ਪੈਣੇ ਹਨ ਤੇ ਕਰਮਾਂ ਨੂੰ ਤੇ ਤਬਦੀਲ ਕਰ ਸਕਦਾ ਹੈ ਮਨੁੱਖ। ਮਨੁੱਖ ਦੇ ਹੱਥ ਵਿੱਚ ਹੈ ਕਿ ਕਰਮ ਤਬਦੀਲ ਕਰ ਲਾਂ, ਪਰ ਲੇਖ ਜੇ ਨਾ ਮਿਟੇ, ਜੇ ਲੇਖ ਤਬਦੀਲ ਨਾ ਹੋਏ ਤੇ ਫਿਰ ਭਗਤ ਤਰਲੋਚਨ ਜੀ ਬਾਣੀ ਦੇ ਵਿੱਚ ਲਿਖਦੇ ਹਨ ਕਿ ਰੱਬਾ ਪਰਮਾਤਮਾ ਤੇਰੀ ਭਗਤੀ ਕਰਨ ਦਾ, ਤੇਰਾ ਸਿਮਰਨ ਕਰਨ ਦਾ ਫਿਰ ਕੀ ਫਾਇਦਾ ਹੈ। ਜੇਕਰ ਇਸ ਮਨੁੱਖ ਨੂੰ, ਇਸ ਇਨਸਾਨ ਨੂੰ ਸ਼ਰਨ ਮਿਲ ਜੇ ਸ਼ੇਰ ਦੀ, ਤੇ ਜੇਕਰ ਸ਼ੇਰ ਦੀ ਸ਼ਰਨ ਵਿੱਚ ਟਿਕ ਕਰਕੇ ਡਰ ਬਘਿਆੜਾਂ ਦਾ ਰਵੇ ਤੇ ਫਿਰ ਕੀ ਫਾਇਦਾ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ। ਪਰ ਬਾਦਸ਼ਾਹ ਜੀ ਦੇ ਘਰੋਂ ਕਿਰਪਾ ਹੈ, ਰਹਿਮਤ ਹੈ ਕਿ ਭਾਈ ਇਸ ਮਨੁੱਖ ਦੇ ਜਿਹੜੇ ਲੇਖ ਹਨ ਉਹ ਵੀ ਤਬਦੀਲ ਹੋ ਸਕਦੇ ਹਨ।
ਕੌਣ ਕਰ ਸਕਦਾ ਹੈ? ਇੱਕ ਤੇ ਪਰਮਾਤਮਾ ਖੁਦ ਆਪ ਨੇ ਇਨਸਾਨ ਦੀ ਲੇਖ ਬਦਲ ਸਕਦਾ ਹੈ, ਜਾਂ ਫਿਰ ਕੋਈ ਮਹਾਂਪੁਰਖ ਹੋਵੇ ਉਹ ਬਦਲ ਸਕਦਾ ਹੈ, ਤੇ ਜਾਂ ਫਿਰ ਪਰਮਾਤਮਾ ਦੇ ਚਰਨਾਂ ਦਾ ਰੂਪ ਗੁਰੂ ਬਦਲ ਸਕਦਾ ਹੈ। ਤੇ ਜਦੋਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਰੋਜ਼ ਮਨੁੱਖ ਅਰਦਾਸ ਕਰੇ ਕਿ ਸਤਿਗੁਰੂ ਜੀ ਉਹ ਕਿਰਪਾ ਕਰ ਦਿਓ, ਲੇਖ ਬਦਲ ਦਿਓ, ਤੇ ਫਿਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਜ਼ਰੂਰ ਲੇਖ ਬਦਲਦੇ ਹਨ। ਇੱਕ ਉਦਾਹਰਣ ਹੈ ਇਤਿਹਾਸ ਦੇ ਵਿੱਚੋਂ ਕਿ ਆਪ ਜੀ ਨੂੰ ਪਤਾ ਹੈ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਸਜੇ ਹਨ, ਤੇ ਦਰਬਾਰ ਸਜੇ ਹੋਏ ਹਨ ਤੇ ਹਰ ਕੋਈ ਲੋਕ ਆਉਂਦੇ ਹਨ। ਕਿਸੇ ਨੇ ਦੁੱਧ ਮੰਗਿਆ, ਕਿਸੇ ਨੇ ਪੁੱਤਰ ਮੰਗਿਆ, ਕਿਸੇ ਨੇ ਧੀਆਂ ਮੰਗੀਆਂ ਹਨ, ਕਿਸੇ ਨੇ ਕਾਰੋਬਾਰ ਮੰਗਿਆ। ਪਾਤਸ਼ਾਹ ਜੀ ਨੇ ਸਭ ਨੂੰ ਦਾਤਾਂ ਦਿੱਤੀਆਂ ਤੇ ਪਾਤਸ਼ਾਹ ਜੀ ਨੇ ਸਭ ਨੂੰ ਕਹਿ ਦਿੱਤਾ ਕਿ ਤੁਹਾਨੂੰ ਗੁਰੂ ਘਰ ਦੀਆਂ ਖੁਸ਼ੀਆਂ। ਤੇ ਇਤਨੇ ਇਹ ਜਿਹੜੀ ਕਿਰਿਆ ਹੈ ਕਿ ਅਸੀਂ ਵੀ ਗੁਰੂ ਘਰ ਦੇ ਅੰਦਰ ਆਉਨੇ ਹਾਂ, ਅਰਦਾਸ ਕਰਦੇ ਹਾਂ, ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ, ਕਿਉਂਕਿ ਅਕੀਦਾ ਹੈ, ਭਾਵਨਾ ਹੈ, ਵਿਸ਼ਵਾਸ ਹੈ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਇੱਕ ਮੁਸਲਮਾਨ ਫਕੀਰ ਪੁੱਛਦਾ ਹੈ, ਉਹ ਕਹਿਣ ਲੱਗਿਆ ਸਤਿਗੁਰੂ ਜੀ ਉਹ ਹੋਰ ਤੇ ਗੱਲ ਦਾ ਸਭ ਕੁਝ ਪਤਾ ਲੱਗ ਗਿਆ, ਤੁਹਾਡੇ ਦਰ ਤੇ ਸੰਗਤ ਆਉਂਦੀ ਹੈ, ਲੋਕ ਆਉਂਦੇ ਹਨ, ਆ ਕਰਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਨ ਤੇ ਲੰਗਰ ਪਾਣੀ ਛਕਦੇ ਹਨ, ਜੋ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਲੈ ਜਾਂਦੇ ਹਨ। ਇੱਥੋਂ ਤੱਕ ਤੇ ਠੀਕ ਹੈ, ਪਰ ਜਿਹੜੇ ਲੋਕ ਆ ਕਰਕੇ ਬੜੀ ਸ਼ਰਧਾ ਦੇ ਨਾਲ ਕੋਈ ਡੰਡੌਤ ਕਰਕੇ ਮੱਥਾ ਟੇਕਦਾ ਹੈ, ਕੋਈ ਕਿਸ ਢੰਗ ਦੇ ਨਾਲ ਮੱਥਾ ਟੇਕਦਾ ਹੈ, ਕੋਈ ਕਿਸ ਢੰਗ ਦੇ ਨਾਲ ਨਮਸਕਾਰ ਕਰਦਾ ਹੈ, ਇਹ ਮੱਥਾ ਟੇਕਣ ਦੇ ਨਾਲ ਕੀ ਹੋਵੇਗਾ? ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਦੇ ਨਾਲ ਸਾਰੀਆਂ ਰਹਿਮਤਾਂ ਮਿਲਦੀਆਂ। ਕੀ ਹੁੰਦਾ ਹੈ? ਜੇਕਰ ਇਸ ਮਨੁੱਖ ਦੇ ਪਾਤਸ਼ਾਹ ਜੀ ਕਹਿਣ ਲੱਗੇ ਨਾ ਜੇ ਲੇਖ ਪੁੱਠੇ ਹੋਣ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕਰਕੇ ਲੇਖ ਸਿੱਧੇ ਹੋ ਜਾਂਦੇ ਆ। ਪਾਤਸ਼ਾਹ ਜੀ ਉਹ ਸਮਝ ਨਹੀਂ ਪਈ। ਸਤਿਗੁਰੂ ਜੀ ਨੇ ਆਪ ਜੀ ਨੂੰ ਪਤਾ ਹੈ ਇਤਿਹਾਸ ਬਾਰੇ। ਪਾਤਸ਼ਾਹ ਜੀ ਨੇ ਇੱਕ ਖਾਲੀ ਕਾਗਜ਼ ਅਤੇ ਮੋਹਰ ਮੰਗਾਈ। ਮੋਹਰ ਦੇ ਉੱਤੇ ਆਪ ਜੀ ਨੂੰ ਪਤਾ ਹੈ ਕਿ ਜਿਹੜੇ ਅੱਖਰ ਹੁੰਦੇ ਹਨ ਨਾ ਉਹ ਜੇ ਦੇਖੀਏ ਤਾਂ ਉਹ ਪੁੱਠੇ ਹੁੰਦੇ ਹਨ, ਉਲਟੇ ਹੁੰਦੇ ਹਨ। ਤੇ ਜਦੋਂ ਦਿਖਾਇਆ ਕਹਿਣ ਲੱਗੇ ਇਸ ਤੇ ਕੀ ਲਿਖਿਆ, ਕਹਿਣ ਲੱਗੇ ਪਤਾ ਨਹੀਂ ਲੱਗ ਰਿਹਾ ਕੀ ਲਿਖਿਆ ਹੈ। ਉਸੇ ਮੋਹਰ ਨੂੰ ਸ਼ਾਹੀ ਦੇ ਵਿੱਚ ਪਾ ਕਰਕੇ ਜਦੋਂ ਕਾਗਜ਼ ਦੇ ਉੱਤੇ ਲਾਇਆ ਨਾ ਤੇ ਫੇਰ ਦਿਖਾਇਆ, ਉਹ ਕਾਜੀ ਕਹਿਣ ਲੱਗਿਆ ਇਹ ਤੇ ਸ਼ਬਦ ਲਿਖਿਆ ਹੈ, ਇਹ ਤੇ ਮੋਹਰ ਹੈ ਆਪ ਜੀ ਦੀ, ਗੁਰੂ ਘਰ ਦੀ ਮੋਹਰ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ। ਫਿਰ ਕਹਿਣ ਲੱਗੇ ਪਾਤਸ਼ਾਹ ਜੀ ਕਹਿਣ ਲੱਗੇ ਇਸ ਤੋਂ ਇਹ ਸਮਝ ਪੈਂਦੀ ਹੈ ਕਿ ਭਾਈ ਜਿਹੜਾ ਮਨੁੱਖ ਹੈ ਜੇ ਮਕਰ ਮਾੜੇ ਭਾਗ ਲੈ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਆਵੇ, ਪੁੱਠੇ ਲੇਖ ਲੈ ਕਰਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਵੇ ਨਾ, ਤੇ ਸਤਿਗੁਰੂ ਜੀ ਦੇ ਘਰ ਦੀ ਵਡਿਆਈ, ਪਾਤਸ਼ਾਹ ਜੀ ਦੇ ਘਰ ਦੀ ਰਹਿਮਤ ਹੈ ਕਿ ਇਸ ਇਨਸਾਨ ਦੇ ਇਸ ਮੋਹਰ ਵਾਂਗ ਜਿਹੜੇ ਲੇਖ ਹਨ ਉਹ ਸਿੱਧੇ ਹੋ ਜਾਂਦੇ ਹਨ। ਕਹਿਣ ਤੋਂ ਭਾਵ ਕਿ ਗੁਰੂ ਦਾ ਦਰ ਇੱਕ ਐਸਾ ਹੈ ਕਿ ਇਸ ਮਨੁੱਖ ਦੇ ਲੇਖ ਬਦਲ ਸਕਦਾ। ਤੇ ਚੱਬੇ ਪਿੰਡ ਤੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਮਾਈ ਆਉਂਦੀ ਹੈ। ਉਸ ਮਾਈ ਨੇ ਅਰਦਾਸ ਕੀਤੀ, ਸੰਗਤ ਵਿੱਚ ਪਹਿਲਾਂ ਤੇ ਰੱਖੀ ਰਹੀ, ਫਿਰ ਜਦੋਂ ਉਸ ਦੀ ਵਾਰੀ ਆਈ ਤੇ ਫਿਰ ਅਰਦਾਸ ਕਰਦੀ ਹੈ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀਓ ਕਿ ਘਰ ਦੇ ਵਿੱਚ ਹੋਰ ਤੇ ਸਭ ਕੁਝ ਹੈ ਤੇ ਮੇਰੇ ਘਰ ਦੇ ਵਿੱਚ ਨਾ ਔਲਾਦ ਨਹੀਂ, ਪੁੱਤਰ ਨਹੀਂ, ਸੰਤਾਨ ਨਹੀਂ ਹੈ, ਤੇ ਮੇਰੇ ਤੇ ਕਿਰਪਾ ਕਰ ਦਿਓ। ਦੇਖੋ ਗੁਰੂ ਸਾਹਿਬ ਜੀ ਅਤੇ ਪਾਤਸ਼ਾਹ ਜੀ ਦੇ ਘਰੋਂ ਵਰਸਾਏ ਗਏ ਬ੍ਰਹਮ ਗਿਆਨੀ ਤਤ ਬੀਤੇ ਮਨੁੱਖ ਦੇ ਕਰਮ ਅਤੇ ਲੇਖ ਕਿਵੇਂ ਤਬਦੀਲ ਕਰਦੇ ਹਨ। ਤੇ ਪਾਤਸ਼ਾਹ ਜੀ ਕਹਿਣ ਲੱਗੇ ਮਾਈ ਇੱਕ ਤੂੰ ਕਹਿ ਰਹੀ ਹੈ ਕਿ ਪੁੱਤਰ ਦੀ ਦਾਤ ਚਾਹੀਦੀ ਹੈ, ਸੰਤਾਨ ਚਾਹੀਦੀ ਹੈ, ਤੇ ਤੇਰੇ ਕਰਮਾਂ ਦੇ ਵਿੱਚ ਤੇ ਤੇਰੇ ਲੇਖਾਂ ਦੇ ਵਿੱਚ ਤੇ ਲਿਖਿਆ ਹੀ ਨਹੀਂ ਕਿ ਭਾਈ ਤੈਨੂੰ ਸੰਤਾਨ ਹੋਵੇਗੀ। ਹੁਣ ਇਹ ਮਨੁੱਖ ਵਾਸਤੇ, ਇੱਕ ਇਸਤਰੀ ਵਾਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਹੈ ਜੇਕਰ ਲੋਕ ਕਹਿ ਦੇਣ ਨਾ ਕਿ ਇਸ ਦੇ ਬੱਚਾ ਨਹੀਂ ਹੋਣਾ, ਤੇ ਉਸ ਬੀਬੀ ਨੂੰ, ਉਸ ਭੈਣ ਨੂੰ ਇਸ ਚੀਜ਼ ਦਾ ਬਹੁਤ ਦੁੱਖ ਲੱਗਦਾ ਤੇ ਉਹ ਦੁਖੀ ਹੋ ਕਰਕੇ ਨਾ ਅੱਖਾਂ ਦੇ ਵਿੱਚੋਂ ਪਾਣੀ ਡਿੱਗਦਾ ਹੈ
ਤੇ ਮਨ ਤੋਂ ਪ੍ਰਭਾਵਿਤ ਹੋ ਕਰਕੇ ਨਾ ਆਪਣੇ ਮਨ ਨੂੰ ਹੀ ਉਹ ਕੋਸਦੀ ਰਹੀ ਤੇ ਇਹ ਗੱਲਾਂ ਕਰਦੀ ਕਰਦੀ ਤੁਰੀ ਜਾਂਦੀ ਹੈ। ਕਹਿਣ ਲੱਗੀ ਕਰਮ ਜਲੀਏ, ਤੂੰ ਤੇ ਆਪਣੇ ਰੱਬ ਤੋਂ ਲੇਖ ਹੀ ਮਾੜੇ ਲਿਖਾ ਕਰਕੇ ਲੈ ਕਰਕੇ ਆ ਗਈ, ਤੇਰੇ ਕਰਮਾਂ ਦੇ ਵਿੱਚ ਤੇ ਸੰਤਾਨ ਸੁਖ ਹੀ ਨਹੀਂ ਹੈ। ਤੇ ਇਤਨੇ ਜਦੋਂ 10 ਕਦਮ ਤੁਰੀ ਤੇ ਇਤਨੇ ਨੂੰ ਨਾ ਪਿੱਛੋਂ ਆਵਾਜ਼ ਆਉਂਦੀ ਹੈ ਕਿ ਬੇਟਾ ਰੋ ਨਾ। ਤੇ ਜਦੋਂ ਉਸਨੇ ਮੁੜ ਕਰਕੇ ਦੇਖਿਆ ਤੇ ਉਸਨੇ ਕੀ ਦੇਖ ਰਿਹਾ ਹੈ, ਚਿੱਟਾ ਸ਼ਮਸ਼ ਦਾੜਾ ਹੈ ਤੇ ਚਿਹਰੇ ਤੇ ਨੂਰ ਹੈ। ਗੁਰੂ ਘਰ ਦੇ ਬਹੁਤ ਹੀ ਪਿਆਰ ਵਾਲੇ ਸੇਵਕ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਤੋਂ ਖੁਸ਼ੀਆਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੋਂ ਪਿਆਰ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਹਿਣ ਤੋਂ ਭਾਵ ਕਿ 6 ਗੁਰੂ ਸਾਹਿਬਾਨਾਂ ਤੱਕ ਉਹਨਾਂ ਨੇ ਗੁਰੂ ਘਰ ਦੀ ਸੇਵਾ ਸਰੀਰ ਵਿੱਚ ਰਹਿੰਦਿਆਂ ਕੀਤੀ ਹੈ। ਤੇ ਕਹਿਣ ਲੱਗੇ ਭਾਈ ਤੂੰ ਰੋ ਕਿਉਂ ਰਹੀ ਹੈ? ਉਹ ਕਹਿਣ ਲੱਗੀ ਰੋਵਾਂ ਨਾ ਤਾਂ ਹੋਰ ਕੀ ਕਰਾਂ। ਕਿਉਂ? ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਗਈ ਸੀ ਤੇ ਜਦੋਂ ਮੈਂ ਅਰਦਾਸ ਕੀਤੀ ਤੇ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਮਨ ਦੀ ਭਾਵਨਾ ਰੱਖੀ ਕਿ ਸੰਤਾਨ ਪੁੱਤਰ ਦਾ ਸੁੱਖ ਚਾਹੀਦਾ ਹੈ। ਤੇ ਪਾਤਸ਼ਾਹ ਜੀ ਤੇ ਕਹਿਣ ਲੱਗੇ ਤੇਰੇ ਲੇਖਾਂ ਵਿੱਚ ਹੀ ਨਹੀਂ ਲਿਖਿਆ ਸੁੱਖ। ਤੇ ਹੁਣ ਮੈਂ ਤੇ ਚੱਲੀ ਹਾਂ। ਮੇਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੋਂ ਬਹੁਤ ਵੱਡਾ ਵਿਸ਼ਵਾਸ ਸੀ, ਬਹੁਤ ਵੱਡੀ ਭਾਵਨਾ ਰੱਖੀ ਸੀ ਕਿ ਇਸ ਦਰ ਤੋਂ ਲੋਕ ਆਖਦੇ ਹਨ ਕਿ ਝੋਲੀਆਂ ਭਰਦੀਆਂ ਹਨ, ਲੋਕ ਆਖਦੇ ਹਨ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕੰਮ ਧੇਨਾ। ਕਿ ਪਰਮਾਤਮਾ ਇੱਛਾ ਪੂਰੀਆਂ ਕਰਦਾ ਹੈ, ਮੇਰੀ ਤੇ ਇੱਛਾ ਨਹੀਂ ਪੂਰੀ ਹੋਈ। ਉਹ ਕਹਿਣ ਲੱਗੇ ਕਿ ਮੇਰੇ ਵੱਲ ਦੇਖ। ਬਾਬਾ ਬੁੱਢਾ ਜੀ ਨੇ ਬੜੀ ਨਿਮਰਤਾ ਦੇ ਨਾਲ ਆਖਿਆ ਕਿ ਮੈਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਅੱਜ ਤੱਕ ਤਕਰੀਬਨ 100 ਸਾਲ ਹੋ ਚੁੱਕਿਆ ਹੈ ਕਿ ਗੁਰੂ ਘਰ ਦੇ ਅੰਦਰ ਸੇਵਾ ਕਰਦੇ ਹਾਂ। ਬਾਬਾ ਬੁੱਢਾ ਜੀ ਇਤਨੇ ਕਰਮਾਂ ਵਾਲੇ ਸਨ, ਇਤਨੇ ਭਾਗਾਂ ਵਾਲੇ ਸਨ। ਬ੍ਰਹਮ ਗਿਆਨੀ ਮਹਾਂਪੁਰਖ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਨਾ 6ਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਉਹਨਾਂ ਨੇ ਪੂਰੇ 125 ਸਾਲਾਂ ਦੇ ਵਿੱਚ ਉਹਨਾਂ ਨੇ ਪਾਤਸ਼ਾਹ ਜੀ ਦੇ ਚਰਨਾਂ ਦੀ 12 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਤੇ ਪੂਰਾ ਜੀਵਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ। ਹੁਣ ਦੇਖੋ ਇੱਕ ਬ੍ਰਹਮ ਗਿਆਨੀ ਮਹਾਂਪੁਰਖ ਕਿਵੇਂ ਜੁਗਤ ਦੱਸਦੇ ਹਨ ਕਿ ਭਾਈ ਤੇਰੀ ਕਿਵੇਂ ਪਰਮਾਤਮਾ ਦੇ ਦਰ ਤੋਂ ਝੋਲੀ ਭਰੀ ਜਾਵੇਗੀ, ਕਿਵੇਂ ਤੇਰੇ ਤੇ ਕਿਰਪਾ ਹੋਵੇਗੀ, ਇਹ ਜੁਗਤ ਦੱਸ ਦਿੱਤੀ। ਕਹਿਣ ਲੱਗੇ ਫਿਰ ਕੀ ਕਰਾਂ? ਕਹਿਣ ਲੱਗੇ ਪੂਰੇ ਵਿਸ਼ਵਾਸ ਦੇ ਨਾਲ ਨਾ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਮਾਫ ਕਰਨਾ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਅਰਦਾਸ ਕਰ। ਉਹ ਫਿਰ ਦੂਸਰੇ ਦਿਨ ਫੇਰ ਆਈ, ਸੰਗਤ ਵਿੱਚ ਰੁਕੀ, ਫਿਰ ਉਸਨੇ ਅਰਦਾਸ ਕੀਤੀ ਫਿਰ ਵਿਸ਼ਵਾਸ ਨਾਲ। ਪਾਤਸ਼ਾਹ ਜੀ ਕਹਿਣ ਲੱਗੇ ਤੂੰ ਕੱਲ ਵੀ ਆਈ ਸੀ ਤੇ ਤੈਨੂੰ ਦੱਸਿਆ ਸੀ ਨਾ ਕਿ ਤੇਰੀ ਲੇਖਾਂ ਦੇ ਵਿੱਚ ਪੁੱਤਰ ਸੰਤਾਨ ਦਾ ਸੁੱਖ ਨਹੀਂ। ਅੱਜ ਕੀ ਕਰਨ ਆਈ ਹੈ? ਪੂਰੇ ਵਿਸ਼ਵਾਸ ਦੇ ਨਾਲ ਅੱਖਾਂ ਬੰਦ ਕਰਕੇ ਨਾ ਤੇ ਅੱਖਾਂ ਤੋਂ ਨੇਤਰ ਵਗ ਰਹੇ ਹਨ। ਪੂਰੇ ਭਰੇ ਸ਼ਬਦਾਂ ਦੇ ਵਿੱਚ ਅੰਦਰ ਤੋਂ ਪਿਆਰ ਨਾਲ ਇਹ ਪਾਤਸ਼ਾਹ ਜੀ ਨੂੰ ਸ਼ਬਦ ਕਹਿ ਦਿੱਤਾ। ਕੀ ਕਹਿ ਦਿੱਤਾ ਕਿ ਸਤਿਗੁਰੂ ਜੀਓ ਜੇਕਰ ਲੇਖਾਂ ਦੇ ਵਿੱਚ ਇਹ ਨਹੀਂ ਲਿਖਿਆ ਕਿ ਪੁੱਤਰ ਸੰਤਾਨ ਦਾ ਸੁੱਖ ਮਿਲਣਾ ਹੈ, ਜੇਕਰ ਉਸ ਟਾਈਮ ਰਹਿ ਗਿਆ ਕਿ ਜਦੋਂ ਮੇਰੀ ਤਕਦੀਰ ਲਿਖੀ ਜਾ ਰਹੀ ਸੀ, ਫਿਰ ਪਾਤਸ਼ਾਹ ਜੀ ਉਸ ਟਾਈਮ ਵੀ ਤਕਦੀਰ ਤੁਸੀਂ ਲਿਖਣ ਵਾਲੇ ਸੀ ਤੇ ਅੱਜ ਵੀ ਤੁਸੀਂ ਲੇਖ ਲਿਖਣ ਵਾਲੇ ਹੋ। ਜੇ ਉਸ ਟਾਈਮ ਨਹੀਂ ਲਿਖਿਆ ਗਿਆ ਲੇਖਾਂ ਦੇ ਵਿੱਚ ਤੇ ਹੁਣ ਲਿਖ ਦਿਓ। ਤੇ ਜਦੋਂ ਇਤਨਾ ਸ਼ਬਦ ਆਖਿਆ ਨਾ ਤੇ ਇਧਰੋਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ ਹਨ ਤੇ ਉਧਰੋਂ ਭਾਵਨਾ ਵਾਲਾ ਇੱਕ ਆਮ ਇਨਸਾਨ ਹੈ, ਸੰਗਤ ਦੇ ਵਿੱਚ ਜੁੜੀ ਹੋਈ ਇੱਕ ਆਮ ਇਨਸਾਨ, ਇੱਕ ਬੀਬੀ ਹੈ ਤੇ ਉਹ ਭਾਵਨਾ ਦੇ ਨਾਲ ਜਦੋਂ ਅਰਦਾਸ ਕਰਦੀ ਹੈ ਕਿ ਨਾ ਸਤਿਗੁਰੂ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਪੂਰਾ ਇੱਕ ਘੜੀ ਸਨਾਟਾ ਛਾ ਗਿਆ, ਸਾਰੇ ਚੁੱਪ ਹੋ ਗਏ। ਸਤਿਗੁਰੂ ਜੀ ਵੀ ਸਮਾਧ ਦੇ ਵਿੱਚ ਚਲੇ ਗਏ ਤੇ ਬਹੁਤ ਟਾਈਮ ਬਾਅਦ ਅੱਖਾਂ ਖੁੱਲੀਆਂ ਤੇ ਸ਼ਬਦ ਹੋਇਆ। ਕਹਿਣ ਲੱਗੇ ਜਾ ਸੁਲੱਖਣੀਏ
ਤੇਰੇ ਘਰ ਤੋਂ ਇੱਕ ਪੁੱਤਰ ਦੀ ਮੰਗ ਕਰਦੀ ਹੈ, ਤੇਰੇ ਘਰ 7 ਪੁੱਤਰ ਪੈਦਾ ਹੋਣਗੇ। ਤੇ ਦੇਖੋ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ, ਸਤਿਗੁਰੂ ਜੀ ਦੇ ਘਰ ਦੀ ਇਹ ਰਹਿਮਤ ਹੈ। ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਉਹ ਆਖਦੇ ਆ ਨਾ ਕਿ ਲੇਖ ਦੇ ਵਿੱਚ ਮੇਖ ਮਾਰ ਦਿੱਤੀ, ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਬਚਨ ਕਰ ਦੇਣਾ, ਫਿਰ ਭਾਵਨਾ ਦੇ ਨਾਲ, ਵਿਸ਼ਵਾਸ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਨ ਵਾਲੀਆਂ ਤੇ ਬੜੀਆਂ ਭਾਵਨਾਵਾਂ ਆਈਆਂ। ਸਤਿਗੁਰੂ ਜੀ ਦਾ ਜਨਮ ਹੀ ਅਰਦਾਸ ਤੋਂ ਹੁੰਦਾ ਹੈ। ਆਪ ਜੀ ਨੇ ਇਤਿਹਾਸ ਪੜ੍ਹਿਆ, ਮਾਤਾ ਗੰਗਾ ਜੀ ਬੜੀ ਭਾਵਨਾ ਦੇ ਨਾਲ ਬੀੜ ਸਾਹਿਬ ਗਏ, ਪ੍ਰਸ਼ਾਦਾ ਪਾਣੀ ਲੈ ਕਰਕੇ ਜਾਂਦੇ ਹਨ ਤੇ ਸੇਵਾ ਕੀਤੀ ਤੇ ਮਹਾਂਪੁਰਖਾਂ ਨੇ ਅਰਦਾਸ ਕੀਤੀ, ਬਾਬਾ ਬੁੱਢਾ ਜੀ ਨੇ, ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਤੁਹਾਡੀ ਅਰਦਾਸ ਤੁਹਾਡੇ ਹੀ ਚਰਨਾਂ ਵਿੱਚ ਕਰ ਰਿਹਾ ਹਾਂ। ਇਸ ਗਰੀਬ ਜੇ ਨਿਮਾਣੇ ਜੇ ਸਿੱਖ ਦੀ ਤੁਸੀਂ ਅਰਦਾਸ ਲਾਜ ਰੱਖ ਲਿਓ। ਜਦੋਂ ਇਹ ਅਰਦਾਸ ਕੀਤੀ ਤੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਇਤਿਹਾਸ ਲਿਖਦਾ ਹੈ ਕਿ 8 ਸਾਲ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਪੁੱਤਰ ਜਾਂ ਕੋਈ ਸੰਤਾਨ ਨਹੀਂ ਹੋਈ। 8 ਸਾਲਾਂ ਬਾਅਦ ਅਰਦਾਸ ਕਰਨ ਦੇ ਨਾਲ, ਗੁਰੂ ਸਾਹਿਬ ਜੀ ਦੇ ਦਰ ਦੀ ਸੇਵਾ ਕਰਨ ਦੇ ਨਾਲ, ਪਾਤਸ਼ਾਹ ਜੀ ਦਾ ਹੁਕਮ ਮੰਨਣ ਦੇ ਨਾਲ ਮਾਤਾ ਗੰਗਾ ਜੀ ਦੇ ਘਰ ਦੇ ਅੰਦਰ 6ਵੇਂ ਸਤਿਗੁਰੂ ਮਹਾਰਾਜ ਜੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ ਅਸੀਂ ਬੜੀ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਤਿਗੁਰੂ ਜੀ ਦੇ ਬਾਬਤ ਤੇ ਬਹੁਤ ਐਸੇ ਸ਼ਬਦ ਲਿਖੇ ਹਨ। ਆਏ ਗੁਰਦਾਸ ਜੀ ਨੇ ਤੇ ਇਹ ਲਿਖ ਦਿੱਤਾ ਕਿ 6ਵੇਂ ਪਾਤਸ਼ਾਹ ਮਹਾਰਾਜ ਜੀ ਤੁਸੀਂ ਤੇ ਕਹਿਣ ਲੱਗੇ 52 ਚੰਦਨ ਹੋ। ਕਹਿਣ ਤੋਂ ਭਾਵ ਕਿ 12 ਇੰਚ ਦਾ 52 ਇੰਚ ਦਾ ਇਹ ਜਿਹੜਾ ਚੰਦਨ ਹੁੰਦਾ ਹੈ, ਇਹ ਜਿਹੜਾ ਚੰਦਨ ਹੈ ਨਾ, ਜਿਹੜਾ ਇਸ ਦੀ ਸਪਰਸ਼ ਦੇ ਵਿੱਚ ਆ ਗਿਆ, ਕੋਈ ਵੀ ਪੌਦਾ ਜਿੱਧਰ ਨੂੰ ਇਹ ਹਵਾ ਚੱਲ ਪਈ ਉਧਰ ਨੂੰ ਖੁਸ਼ਬੂ ਆਉਂਦੀ ਹੈ। ਜਿਹੜਾ ਵੀ ਪੌਦਾ ਇਸ ਦੀ ਸਪਰਸ਼ ਦੇ ਵਿੱਚ, ਇਹਦੇ ਟੱਚ ਵਿੱਚ ਆ ਗਿਆ ਤੇ ਉਹ ਵੀ, ਉਸ ਦਾ ਵੀ ਮੁੱਲ ਪੈ ਜਾਂਦਾ ਹੈ ਤੇ ਉਹ ਵੀ ਇੱਕ ਆਮ ਲੱਕੜ ਹੋਵੇ, ਉਹ ਵੀ ਚੰਦਨ ਦੇ ਭਾਅ ਵਿਕ ਜਾਂਦੀ ਹੈ। ਸਤਿਗੁਰੂ ਜੀਓ ਤੁਸੀਂ ਤੇ ਬੰਦੀ ਛੋੜ ਹੋ, ਤੁਸੀਂ ਤੇ ਮੁਕਤੀਆਂ ਦਿਵਾਉਣ ਵਾਲੇ ਹੋ। ਜੇਕਰ ਮਨੁੱਖ ਇਨਸਾਨ ਨਾ ਮਨ ਤੋਂ ਵੀ ਬੰਧਨਾਂ ਦੇ ਵਿੱਚ ਪਿਆ ਹੋਵੇ ਤੇ ਤਨ ਦੇ ਤੋਂ ਵੀ ਬੰਧਨਾਂ ਦੇ ਵਿੱਚ ਪਿਆ ਹੋਵੇ ਨਾ, ਤੇ ਸਤਿਗੁਰੂ ਜੀ ਦੇ ਘਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਹਨ। ਸਤਿਗੁਰੂ ਜੀ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਕਰ ਦਿੰਦੇ ਹਨ। ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹੁਤ ਐਸੇ ਲੋਕ ਆਏ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬੰਧਨਾਂ ਤੋਂ ਮੁਕਤ ਕਰਵਾਇਆ ਹੈ। ਗਵਾਲੀਅਰ ਦੇ ਕਿਲੇ ਦੇ ਅੰਦਰ ਆਪ ਜੀ ਨੂੰ ਪਤਾ ਹੈ ਕਿ ਰਾਜੇ ਹਨ, ਜਿਹੜੇ ਉਹ ਰਾਜੇ ਹਨ ਤੇ ਮੌਕੇ ਦੇ ਤੇ ਰਾਜੇ ਹਨ, ਪਰ ਜਹਾਂਗੀਰ ਨੇ ਕੀ ਕੀਤਾ, ਸਾਰਿਆਂ ਨੂੰ ਪਕੜ ਕਰਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ। ਉਹਨਾਂ ਦਾ ਰਾਜ ਵੀ ਜ਼ਬਤ ਕਰ ਲਿਆ, ਜ਼ਮੀਨਾਂ ਜਾਇਦਾਦਾਂ ਸਭ ਕੁਝ ਆਪਣੇ ਹੱਥ ਵਿੱਚ ਲੈ ਲਿਆ। ਤੇ ਕੀ ਹੁੰਦਾ ਹੈ, ਹਾਲ ਕੀ ਹੋਇਆ ਉਹਨਾਂ ਦਾ, ਤੇ ਰਾਜਿਆਂ ਨੂੰ ਉਸਨੇ ਮਾਰਿਆ ਨਹੀਂ। ਕਿਉਂ? ਕਿਉਂਕਿ ਇਹ ਇੱਕ ਲੋਕਾਂ ਦੇ ਅੰਦਰ ਰੋਸ਼ ਪੈਦਾ ਹੋ ਜਾਂਦਾ ਹੈ। ਜੇਕਰ ਕਿਸੇ ਆਗੂ ਨੂੰ ਮਾਰ ਦਈਏ ਨਾ ਤੇ ਲੋਕ ਭੜਕ ਜਾਂਦੇ ਹਨ, ਬਗਾਵਤ ਵਾਸਤੇ ਤੁਰ ਪੈਂਦੇ ਹਨ। ਤੇ ਉਸਨੇ ਕੀ ਕੀਤਾ, ਹੁਕਮ ਕਰ ਦਿੱਤਾ ਕਿ ਇਹਨਾਂ ਰਾਜਿਆਂ ਨੂੰ ਨਾ ਬੰਦੀ ਬਣਾ ਦਿਓ। ਬੰਦੀ ਬਣਾ ਕਰਕੇ ਇਹਨਾਂ ਨੂੰ ਨਾ ਤੇ ਕੋਈ ਧੁੱਪ ਲੱਗਣੀ ਚਾਹੀਦੀ ਹੈ ਤੇ ਇਹਨਾਂ ਨੂੰ ਖਾਣੇ ਦੇ ਵਿੱਚ ਇੰਜ ਕਰਿਓ, ਇਹਨਾਂ ਦੇ ਬਰਤਨਾਂ ਨੂੰ ਵੀ ਜ਼ਹਿਰ ਦੀ ਪੁੱਟ ਹੋਵੇ ਤੇ ਖਾਣੇ ਦੇ ਵਿੱਚ ਵੀ ਜ਼ਹਿਰ ਦਿੱਤਾ ਜਾਵੇ। ਸਲੋ ਪੋਇਜ਼ਨ ਦੇ ਨਾਲ ਉਹਨਾਂ ਨੂੰ ਹਰ ਰੋਜ਼ ਮਾਰਿਆ ਜਾ ਰਿਹਾ ਸੀ। ਹਰ ਰੋਜ਼ ਉਹਨਾਂ ਨੂੰ ਜ਼ਹਿਰ ਦੇ ਕਰਕੇ ਤੇ ਉਹ ਗੋਡੇ ਘੜੀਸ ਘੜੀਸ ਕਰਕੇ, ਕਈ ਤੇ ਆਪਣੀ ਜਾਨ ਦੇ ਚੁੱਕੇ ਸਨ ਤੇ ਕਈ ਰੱਬ ਦੇ ਚਰਨਾਂ ਦੇ ਵਿੱਚ ਤਰਲਾ ਕਰ ਰਹੇ ਹਨ ਕਿ ਰੱਬਾ ਇਸ ਨਾਲੋਂ ਤੇ ਚੰਗਾ ਹੈ ਮੌਤ ਦੇ ਦੇ, ਇਸ ਨਾਲੋਂ ਤੇ ਮਰਨਾ ਹੀ ਚੰਗਾ ਹੈ। ਕਿਉਂਕਿ ਸਾਰੇ ਦਮੇ ਦੇ ਰੋਗੀ ਸਨ, ਨਾ ਸਰੀਰ ਦੇ ਵਿੱਚ ਕਿਸੇ ਵਿਟਾਮਿਨ ਦੀ ਕੋਈ ਭਰਪੂਰ ਮਾਤਰਾ ਸੀ, ਨਾ ਵਿਟਾਮਿਨ ਡੀ, ਕਿਉਂਕਿ ਨਾ ਧੁੱਪ ਮਿਲਦੀ ਸੀ, ਨਾ ਆਇਰਨ ਮਿਲਦਾ ਸੀ, ਕਿਸੇ ਪ੍ਰਕਾਰ ਦਾ ਕੁਝ ਵੀ ਤੰਤ ਨਹੀਂ ਸੀ ਸਰੀਰ ਵਿੱਚ। ਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਗਏ ਨਾ, ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਘਰ ਦੀ ਇੱਕ ਕਿਰਪਾ ਹੈ, ਰਹਿਮਤ ਹੈ। ਜਦੋਂ ਜਹਾਂਗੀਰ ਨੂੰ ਇਹ ਪਤਾ ਲੱਗਿਆ ਨਾ
कि जिहनूं मैं कैद कर बैठा हाँ अपने हंकार दे वस हो करके, ते ये कोई आम चीज नहीं, ये बहुत अगम्मी शक्ति है, निरंकार परमात्मा आप है। फिर पातशाह जी ने की कीता है, संगतां नूं कहा भाई सब तो पहला ये कह दिता कि इन्हां जिहड़े खाना दिंदे हन, प्रसादा पानी दिंदे हन, इस नूं बंद कर दिओ। सब तो पहला प्रसादा पानी बंद किया। प्रसादा पानी जदों बंद किया ना, तो फिर लोह लंगर उत्थे तपन लग्या गवालीयर दे किले दे अंदर। ते फिर वो जिहड़े राजे सन वो लोह लंगर प्रसादा पानी छकना शुरू किया। पुरातन समय दे विच आप नूं पता है कि जिहड़े लंगर सन वो सरबलोह दे बाटियां विच बनदे सन। चलो अज बहुत समा तब्दील हो गया है, स्टील आ गया, होर कॉपर, होर बड़े तरह के इस तरह के भांडे आ चुके हैं, पर इन्हां भांडियां दा शरीर नूं नुकसान बहुत है। सरबलोह का कोई नुकसान नहीं। सब तो पहला शरीर के अंदर आयरन जाता है, तो फिर होर भी जितनियां धातां हुंदियां न सारियां नूं इह पूरा कर दिंदा। ते जिवें जिवें उन्होंने प्रसादा पानी छकना शुरू किया ना, तिवें तिवें उन्होंने दे अंदर जान आनी शुरू हो गई। फिर होर एक किरपा कर दी पातशाह जी ने। हर रोज सतगुरु जी ने कहना संगत नूं कि 1.25 मन कड़ाह प्रसाद बना करके लै करके आओ। 1.25 मन जो कड़ाह प्रसाद लै करके आउंदे सन, सारिਆਂ ਨੂੰ 52 ਦੇ 52 ਰਾਜਿਆਂ ਨੂੰ ਵੰਡ ਦੇਣਾ ਤੇ ਉਹਨਾਂ ਨੂੰ ਕਹਿਣਾ ਕਿ ਭਰਪੂਰ ਮਾਤਰਾ ਦੇ ਵਿੱਚ ਜਿੰਨਾ ਹੋ ਸਕਦਾ ਉਹਨਾਂ ਕੜਾਹ ਪ੍ਰਸਾਦ ਛਕੋ। ਕੜਾਹ ਪ੍ਰਸਾਦ ਦੇ ਨਾਲ ਉਹਨਾਂ ਨੂੰ ਪਾਤਸ਼ਾਹ ਜੀ ਨੇ ਅੰਦਰ ਤੋਂ ਐਸੀ ਨਾਮ ਦੀ ਤੇ ਸਿਮਰਨ ਦੀ ਤੇ ਕੜਾਹ ਪ੍ਰਸਾਦ ਦੀ ਐਸੀ ਤਸੀਰ ਬਖਸ਼ਿਸ਼ ਕੀਤੀ ਨਾ, ਕੜਾਹ ਪ੍ਰਸਾਦ ਛਕਦਿਆਂ ਛਕਦਿਆਂ दमे दे रोगी सन वो भी ठीक हो गया, होर जितने रोग लगे सन सारे ठीक हो गए। अजकल तो ट्रेंड चल गया है कड़ाह प्रसाद लोग खाते नहीं, जेकर हाथ में घ्यो लग जे ना तो घ्यो नूं इस तरह हथ कर लेंदे हन कि जिस तरह हथ के उत्ते कोई बहुत जहरीली चीज लग गई होंदी है। पहला ही कह दिंदे हन कि शुगर है जां कोई होर बीमारी है। कड़ाह प्रसाद तो अजकल गुरेज करना शुरू कर दिता लोगों ने। हाँ लोग पार्टियां विच जाण, होर स्थानां ते जाण, उत्थे जिन्ना मर्जी मिठा खाई जाण, कोई प्रॉब्लम नहीं। भाई गुरु घर दे अंदर कड़ाह प्रसाद की बहुत वड्डी महिमा है। कड़ाह प्रसाद दे नाल ते वड्डे वड्डे रोगी ठीक हो जाते हैं। सतगुरु जी दे घर की किरपा है। आप जी ने पिछे जे सुनिया है, मोबाइल के उत्ते भी देखिया है कि पिछे जे जम्मू तो एक लड़का आउंदा है परमिंदर सिंह, घर दे उसनों दरबार साहब लैके आए ते परकर्मां दे विच जदों उन्हां ने एंट्री करनी कीती ना ते सेवादारां ने रोक दिता, कहण लगे कि जिहड़ी व्हील चेयर है ना ये अंदर जानी अलाउ नहीं है। ते ओह कहण लगे कि असीं ते गुरु रामदास महाराज जी दे चरणां विच ना मत्था टेकण आए सी, इसकी हाज़री लवाउणी सी, फिर किवें ना किवें करो इसकी हाज़री तो जरूर लवाओ। बेनती करते हैं कि कड़ाह प्रसाद के अंदर कितनी महत्ता है, कितनी शक्ति है, कितनी रहमत है। तो वो कहन लगे फिर इंज करो, मन दे विच मेहर पई कि सेवादारां नूं भी धन गुरु रामदास महाराज जी ने समत बख्शिश कर दी। सेवादार कहन लगे वीर चेयर तो तुसीं इत्थे खड़ी कर दिओ बाहर ही, फिर इंज करदे हां तुसीं ना मेरे मोढियां ते इस नूं चढ़ा दिओ ते मैं चक करके लै जाना हाँ, ते जा करके ना इनू इसनूं इशनान करा के ते दर्शन करा दिंदे हां। ते जदों ले जा करके ले जा रहे सन ते पहुँचदे रस्ते विच ही अरदास का टाइम हो गया, अरदास शुरू हो गई। आप जी नूं पता है कि जिथे गुरु साहिब जी के घर की यह मर्यादा है कि भाई जिथे अरदास हो रही होवे उथे सावधान खड़ना चाहिए है। तो जदों गुरु ग्रंथ साहिब महाराज जी का हुक्मनामा साहिब हो रहा होवे ना, जिथे कन्नां दे विच हुक्मनामा साहिब की आवाज़ पै रही है उत्थे ही खड़े हो जाना चाहिए है। ये नियम है, गुरु घर का अनुशासन है, तो गुरु घर की मर्यादा है।
ਹਾਂ ਮੁਬਾਰਕ ਹੈ ਭਾਈ ਤੂੰ ਗੁਰੂ ਘਰ ਦੇ ਵਿੱਚ ਆਉਣਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਹੁਕਮਨਾਮਾ ਸਾਹਿਬ ਹੋ ਰਿਹਾ ਹੈ ਕਿ ਤੂੰ ਭੱਜ ਕਰਕੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਫਟਾਫਟ ਬੈਠ ਗਿਆ। ਜਿੱਥੇ ਤੂੰ ਪਹੁੰਚ ਗਿਆ ਦਰਬਾਰ ਸਾਹਿਬ ਦੇ ਅੰਦਰ, ਉੱਥੇ ਹੀ ਖੜ ਕਰਕੇ ਨਾ, ਸਾਵਧਾਨ ਹੋ ਕਰਕੇ ਨਾ, ਤੇਰਾ ਫਰਜ਼ ਹੈ ਕਿ ਗੁਰੂ ਸਾਹਿਬ ਜੀ ਦੇ ਘਰ ਦੀ ਮਰਿਆਦਾ ਨੂੰ ਪਾਲੇ। ਗੁਰੂ ਘਰ ਦੀ ਮਰਿਆਦਾ ਪਾਲਣ ਵਾਸਤੇ ਤੈਨੂੰ ਗੁਰੂ ਘਰ ਦਾ ਜੋ ਹੁਕਮ ਮਿਲ ਰਿਹਾ ਹੈ ਉਸ ਨੂੰ ਅਤਿਅੰਤ ਜ਼ਰੂਰੀ ਹੈ ਕਿ ਭਾਈ ਸੁਣਨਾ ਚਾਹੀਦਾ ਹੈ। ਤੇ ਜਿਹੜਾ ਗੁਰੂ ਘਰ ਦਾ ਹੁਕਮ ਸੁਣਦਾ ਹੈ ਤੇ ਫਿਰ ਪਾਤਸ਼ਾਹ ਜੀ ਦੇ ਘਰ ਦੀ ਬਾਣੀ ਹੈ ਜਿਹੜੀ, ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਵਾਂ ਤੋਂ ਮਨੁੱਖ ਨੂੰ ਮੁਕਤ ਕਰ ਦਿੰਦੀ ਹੈ। ਤੇ ਉਹ ਭਾਈ ਪਰਮਿੰਦਰ ਸਿੰਘ ਨੂੰ ਜਦੋਂ ਲੈ ਕਰਕੇ ਜਾ ਰਹੇ ਸਨ ਜੰਮੂ ਵਾਲੇ ਲੜਕੇ ਨੂੰ, ਤੇ ਅਰਦਾਸ ਸ਼ੁਰੂ ਹੋ ਗਈ। ਤੇ ਅਰਦਾਸ ਜਦੋਂ ਸ਼ੁਰੂ ਹੋਈ, ਸੁਭਾਵਕ ਹੈ ਭਾਈ ਜਿਹੜਾ ਬੱਚਾ, ਹੁਣ ਜਿਹੜਾ ਬੰਦਾ ਵੀਲ ਚੇਅਰ ਦੇ ਵਿੱਚ ਆਇਆ ਹੈ ਉਤੇ ਖੜਾ ਤੇ ਹੋ ਨਹੀਂ ਸਕਦਾ, ਉਸ ਨੂੰ ਜੰਗਲੇ ਦੇ ਕੋਲੇ ਬਿਠਾ ਦਿੱਤਾ। ਉਹ ਕਹਿਣ ਲੱਗਿਆ ਮੈਨੂੰ ਬਿਠਾ ਦਿਓ। ਪਤਾ ਨਹੀਂ ਕੀ ਗੁਰੂ ਘਰ ਦੀ ਕਿਰਪਾ ਹੈ, ਰਹਿਮਤ ਹੈ, ਬਖਸ਼ਿਸ਼ ਹੈ। ਪਾਤਸ਼ਾਹ ਜੀ ਦੇ ਘਰ ਦੀ ਵਾਈਬ੍ਰੇਸ਼ਨ ਹੀ ਐਸੀ ਹੈ, ਜਦੋਂ ਅੰਤਲੇ ਪਦ ਆਏ, ਜਦੋਂ ਅੰਤਲੇ ਸ਼ਬਦ ਆਉਂਦੇ ਹਨ ਨਾ ਕਿ ਗੁਰੂ ਸਾਹਿਬ ਜੀ ਰਹਿਮਤਾਂ ਕਰਦੇ ਹੋ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਤੇ ਜਦੋਂ ਇਹ ਪਹਿਰਾ ਆਇਆ ਹੈ ਤੇ ਉਦੋਂ ਸਤਿਗੁਰੂ ਜੀ ਦੇ ਘਰ ਦੀ ਕਿਰਪਾ ਹੈ। ਉਹ CCTV ਕੈਮਰੇ ਦੇ ਫੁਟੇਜ ਹਨ, ਉਸ ਦੇ ਵਿੱਚ ਪਤਾ ਲੱਗਦਾ ਕਿ ਉਹ 2 ਵਾਰ ਜੰਗਲੇ ਨੂੰ ਪਕੜ ਕਰਕੇ ਉੱਠਣ ਦੀ ਕੋਸ਼ਿਸ਼ ਕਰਦਾ ਹੈ ਵੀ ਸਾਰੇ ਖੜੇ ਹਨ। ਤੇ ਤੀਸਰੀ ਵਾਰੀ ਜਦੋਂ ਐਸੀ ਕਿਰਪਾ ਹੋਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਦੋਂ ਰਹਿਮਤਾਂ ਪ੍ਰਾਪਤ ਹੁੰਦੀਆਂ ਹਨ ਤੇ ਉਦੋਂ ਜੰਗਲੇ ਨੂੰ ਪਕੜ ਕਰਕੇ ਉਹ ਖੜਾ ਹੋ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਘਰ ਦੀ ਕਿਰਪਾ ਹੋਈ। ਹੁਣ ਕੜਾਹ ਪ੍ਰਸ਼ਾਦ ਦੀ ਕੀ ਰਹਿਮਤ ਹੈ, ਕੀ ਬਖਸ਼ਿਸ਼ ਹੈ। ਘਰ ਪਰਿਵਾਰ ਦੇਖਦਾ ਹੈ, ਸਾਰੇ ਲੋਕ ਦੇਖਦੇ ਹਨ ਕਿ ਜਿਹੜੇ ਬੰਦੇ ਨੂੰ ਅਸੀਂ ਵੀਲ ਚੇਅਰ ਦੇ ਵਿੱਚ ਪਾ ਕਰਕੇ ਲੈ ਕਰਕੇ ਆਏ ਸੀ, ਤੇ ਗੁਰੂ ਸਾਹਿਬ ਜੀ ਦੇ ਘਰ ਦੀ ਕਿਰਪਾ ਹੈ, ਰਹਿਮਤ ਹੈ, ਤੇ ਪਾਤਸ਼ਾਹ ਜੀ ਨੇ ਇਸ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰ ਦਿੱਤੀ ਹੈ। ਪੈਰ ਲੱਤਾਂ ਠੀਕ ਹੋ ਗਈਆਂ ਹਨ। ਜਿਨ੍ਹਾਂ ਨੂੰ ਡਾਕਟਰ ਨੇ ਕਹਿ ਦਿੱਤਾ ਸੀ ਨਾ ਕਿ ਇਸ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਹੈ, ਦਿਮਾਗ ਦੀ ਨਸ ਫਟ ਚੁੱਕੀ ਹੈ ਤੇ ਸਾਰੀ ਉਮਰ ਤੁਰ ਨਹੀਂ ਸਕਦਾ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕਰਕੇ ਨਾ, ਪਾਤਸ਼ਾਹ ਜੀ ਦੇ ਦਰ ਤੋਂ ਸਭ ਤੋਂ ਪਹਿਲੀ ਰਹਿਮਤ ਬਖਸ਼ਿਸ਼ ਇਹ ਪ੍ਰਾਪਤ ਹੋਈ ਕਿ ਉਹ ਖੜਾ ਹੋ ਕਰਕੇ ਤੁਰਨ ਲੱਗ ਗਿਆ। ਆਪਣੇ ਆਪ ਮੱਥਾ ਟੇਕਿਆ। ਜਦੋਂ ਪਰਿਕਰਮਾ ਕਰਕੇ ਜਦੋਂ ਜਾਣ ਲੱਗੇ ਨਾ, ਤੇ ਆਪ ਜੀ ਨੂੰ ਪਤਾ ਹੈ ਜਦੋਂ ਕੜਾਹ ਪ੍ਰਸ਼ਾਦ ਪ੍ਰਾਪਤ ਕਰਦੇ ਹਾਂ ਉਸ ਦਰ ਤੇ ਇਤਨੀਆਂ ਰਹਿਮਤਾਂ ਹਨ, ਗੁਰੂ ਰਾਮਦਾਸ ਮਹਾਰਾਜ ਜੀ ਦੀ ਇਤਨੀ ਕਿਰਪਾ ਹੈ। ਕਿਤੇ ਵੀ ਖੜੇ ਹੋ ਕਰਕੇ ਜਦੋਂ ਗੁਰੂ ਘਰ ਦੀ ਕਿਰਪਾ ਬਖਸ਼ਿਸ਼ ਕੜਾਹ ਪ੍ਰਸ਼ਾਦ ਮਿਲਦੀ ਹੈ ਨਾ, ਤੇ ਬੜੇ ਆਦਰ ਸਤਿਕਾਰ ਦੇ ਨਾਲ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਤੇ ਬੜੇ ਸਤਿਕਾਰ ਦੇ ਨਾਲ ਜਦੋਂ ਕੜਾਹ ਪ੍ਰਸ਼ਾਦ ਪ੍ਰਾਪਤ ਕੀਤਾ, ਤੇ ਪ੍ਰਾਪਤ ਕਰਕੇ ਨਾ ਕੜਾਹ ਪ੍ਰਸ਼ਾਦ ਛਕਦਿਆਂ ਸਾਰੇ ਇੱਕ ਮਨ ਦੇ ਵਿੱਚੋਂ ਅਰਦਾਸ ਕਰ ਦਿੱਤੀ ਹੋਵੇਗੀ ਕਿ ਗੁਰੂ ਰਾਮਦਾਸ ਮਹਾਰਾਜ ਜੀਓ, ਤੇਰੇ ਦਰ ਤੇ ਆਉਣ ਵਾਲੇ ਸਾਰਿਆਂ ਦੇ ਉੱਤੇ ਕਿਰਪਾ ਕਰਦਾ ਹੈ। ਜਿੱਥੇ ਤੂੰ ਸਤਿਗੁਰੂ ਜੀਓ ਮੈਨੂੰ ਪੈਰ ਬਖਸ਼ਿਸ਼ ਕਰ ਦਿੱਤੇ ਹਨ, ਜਿੱਥੇ ਮੈਨੂੰ ਲੱਤਾਂ ਬਖਸ਼ਿਸ਼ ਕਰ ਦਿੱਤੀਆਂ ਹਨ, ਉੱਥੇ ਕਿਰਪਾ ਕਰ ਮੈਨੂੰ ਜ਼ਬਾਨ ਵੀ ਬਖਸ਼ਿਸ਼ ਕਰ ਦੇ। ਤੇ ਸਤਿਗੁਰੂ ਜੀ ਦੇ ਘਰ ਦੀ ਰਹਿਮਤ ਬਖਸ਼ਿਸ਼ ਇਹ ਹੋਈ ਕਿ ਉਸ ਬੱਚੇ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਕੜਾਹ ਪ੍ਰਸ਼ਾਦ ਛਕਣ ਸਾਰ ਹੀ ਉਸ ਨੂੰ ਜ਼ਬਾਨ ਵੀ ਪ੍ਰਾਪਤ ਹੋ ਗਈ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿੰਦਿਆਂ ਉਹ ਪਾਤਸ਼ਾਹ ਜੀ ਦੇ ਚਰਨਾਂ ਤੋਂ ਗਿਆ। ਕਹਿਣ ਤੋਂ ਭਾਵ ਇਹ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ। ਸਤਿਗੁਰੂ ਜੀ ਦੇ ਘਰ ਦੀ ਦੇਗ ਦੇ ਅੰਦਰ, ਕੜਾਹ ਪ੍ਰਸ਼ਾਦ ਦੇ ਅੰਦਰ ਇਤਨੀਆਂ ਰਹਿਮਤਾਂ ਹਨ। ਫਿਰ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਰਹਿ ਰਹੇ ਜਿਤਨੇ ਵੀ ਰਾਜੇ ਹਨ ਤੰਦਰੁਸਤ ਹੋ ਗਏ, ਵਧੀਆ ਹੋ ਗਿਆ। ਫਿਰ ਪਾਤਸ਼ਾਹ ਜੀ ਨੇ ਇੱਕ ਹੁਕਮ ਹੋਰ ਕੀਤਾ, ਜਿੱਥੇ ਭਾਈ ਲੰਗਰਾਂ ਦੇ ਵਿੱਚ ਸੇਵਾ ਕਰਦੇ ਹੋ, ਲੰਗਰ ਛਕਦੇ ਹੋ, ਕੜਾਹ ਪ੍ਰਸ਼ਾਦ ਛਕਦੇ ਹੋ ਨਾ, ਉੱਥੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕਰਿਆ ਕਰੋ। ਜਦੋਂ ਨਾਮ ਜਪਣ ਲੱਗੇ ਫਿਰ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਉਹ ਕਿਰਪਾ ਕਰ ਦਿਓ, ਪੱਲਾ ਨਾ ਛੜਾਇਓ, ਬਸ ਤੇਰਾ ਪੱਲਾ ਪਕੜ ਕਰਕੇ ਰੱਖਣ ਦੇ ਅੰਦਰ ਤੋਂ ਭਾਵਨਾ ਹੈ।
ਤੇ ਜਹਾਂਗੀਰ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦੀ ਜਦੋਂ ਰਿਹਾਈ ਕੀਤੀ ਨਾ, ਫਿਰ ਪਾਤਸ਼ਾਹ ਜੀ ਨੇ ਸ਼ਰਤ ਰੱਖ ਦਿੱਤੀ ਕਿ ਅਸੀਂ ਇਕੱਲੇ ਨਹੀਂ ਜਾਵਾਂਗੇ, ਇਹ 52 ਰਾਜੇ ਵੀ ਜਾਣਗੇ। ਫੇਰ ਵੀ ਦੇਖੋ ਉਸ ਜਹਾਂਗੀਰ ਨੇ ਫਿਰ ਵੀ ਇੱਥੇ ਪਾਲਿਸੀ ਵਰਤੀ ਇੱਕ। ਮੈਂ ਦੇਖਦਾ ਹਾਂ ਕਿ ਕਿੰਨਿਆਂ ਨੂੰ ਆਪਣੇ ਲੜ ਦੇ ਨਾਲ ਲਾ ਕਰਕੇ ਲੈ ਜਾ ਸਕਦੇ ਹਨ, ਕਿੰਨਿਆਂ ਨੂੰ ਆਪਣੇ ਅੰਚਲ ਦੇ ਨਾਲ ਲਾ ਸਕਦੇ ਹਨ। ਕਹਿਣ ਲੱਗੇ ਫਿਰ ਇੰਜ ਕਰਿਓ, ਜਿੰਨੇ ਤੁਹਾਡੇ ਪੱਲਾ ਪਕੜ ਕਰਕੇ ਜਾ ਸਕਦੇ ਹਨ ਉਹਨਾਂ ਨੂੰ ਲੈ ਜਿਓ। ਫਿਰ ਇਹ ਗੱਲ ਉੱਡ ਜਾਵੇਗੀ ਦੁਨੀਆ ਦੇ ਅੰਦਰ ਕਿ ਇਹ ਸਮਰੱਥ ਗੁਰੂ ਨਹੀਂ ਹੈ, ਕਿ ਜਿਨ੍ਹਾਂ ਨੂੰ ਇਹ ਨੇੜੇ ਸਨ ਉਹਨਾਂ ਨੂੰ ਲੈ ਗਏ, ਬਾਕੀ ਰਹਿ ਗਏ। ਪਾਤਸ਼ਾਹ ਜੀ ਨੇ 52 ਕਲੀਆਂ ਦਾ ਚੋਲਾ ਬਣਾਇਆ। 52 ਕਲੀਆਂ ਦੇ ਚੋਲੇ ਦੇ ਉੱਤੇ ਕਿਰਪਾ ਹੋਈ, ਰਹਿਮਤ ਹੋਈ। ਉਹ ਪਹਿਨ ਕਰਕੇ ਸਤਿਗੁਰੂ ਜੀ ਨੇ ਸਾਰਿਆਂ ਨੂੰ 52 ਦੇ 52 ਰਾਜਿਆਂ ਨੂੰ ਆਪਣੇ ਇੱਕ ਇੱਕ ਕਲੀ ਪਕੜਾ ਕਰਕੇ, ਇੱਕ ਇੱਕ ਪੱਲਾ ਪਕੜਾ ਕਰਕੇ ਨਾ ਗਵਾਲੀਅਰ ਦੇ ਕਿਲੇ ਚੋਂ ਮੁਕਤ ਕਰਵਾ ਦਿੱਤਾ। ਕਹਿਣ ਤੋਂ ਭਾਵ ਇਹ ਹੈ ਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨਾ ਹਰ ਪ੍ਰਕਾਰ ਦੇ ਨਾਲ ਸਾਨੂੰ ਮੁਕਤੀਆਂ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕਰਕੇ ਨਾ ਇੱਕ ਅਰਦਾਸ ਕਰਿਆ ਕਰੀਏ ਕਿ ਪਾਤਸ਼ਾਹ ਜੀ ਉਹ ਰਹਿਮਤਾਂ ਕਰ ਦਿਓ, ਤੇਰੇ ਦਰ ਦੇ ਪੂਰਨੇ ਨਾ ਪਾਇਆ ਕਰੋ, ਪਰਚੇ ਨਾ ਪਾਇਆ ਕਰੋ। ਸਾਡੇ ਵਰਗੇ ਨਾਜ਼ੀਜ਼ ਲੋਕਾਂ ਤੋਂ, ਇਨਸਾਨਾਂ ਤੋਂ ਨਾ ਪਰਚੇ ਪੂਰੇ ਨਹੀਂ ਹੋਣੇ। ਤੇਰੇ ਦਰ ਦੇ ਉੱਤੇ ਤੇ ਆਉਣ ਵਾਲਾ ਜਾਨੀ ਖਾਂ ਇਹ ਆਖਦਾ ਹੈ ਕਿ ਜਾਨੀ ਕੋ ਜਾਨੀ ਮਿਲਾ ਦੋ। ਕਹਿ ਦਿੱਤਾ ਪਾਤਸ਼ਾਹ ਜੀ ਨੇ ਮਿਲਣਾ ਹੈ, ਹਾਂ ਮਿਲਣਾ ਹੈ, ਜਾ ਜਾ ਕੇ ਦਰਿਆ ਵਿੱਚ ਛਾਲ ਮਾਰ ਦੇ। ਤੇ ਇਤਨਾ ਹੁਕਮ ਮੰਨਦਾ, ਦਰਿਆ ਦੇ ਵਿੱਚ ਛਾਲ ਮਾਰਨ ਗਿਆ ਨਾ, ਤੇ ਪਿੱਛੇ ਭਾਈ ਬਿਧੀ ਚੰਦ ਜੀ ਨੂੰ ਭੇਜਿਆ। ਉਹ ਦ੍ਰਿੜਤਾ ਦਾ ਪੱਕਾ ਹੈ, ਜਾਨੀ ਖਾਂ ਉਸਨੇ ਦਰਿਆ ਦੇ ਵਿੱਚ ਛਾਲ ਮਾਰ ਦੇਣੀ ਹੈ, ਜਾ ਕਰਕੇ ਪਕੜੋ, ਉਸਨੂੰ ਡੁੱਬਣ ਨਾ ਦਿਓ। ਪਾਤਸ਼ਾਹ ਜੀ ਨੇ ਫੇਰ ਪੁੱਛਿਆ ਬਚਾ ਕਰਕੇ ਕਿ ਪੂਰਨਾ ਪਾਇਆ? ਕਹਿਣ ਲੱਗੇ ਮਿਲਣਾ ਹੈ। ਕਹਿਣ ਲੱਗੇ ਹਾਂ ਜਾਨੀ ਕੋ ਜਾਨੀ ਮਿਲਾ। ਰੱਬ ਨੂੰ ਮਿਲਣਾ ਚਾਹੁੰਦਾ ਹੈ? ਕਹਿਣ ਲੱਗੇ ਹਾਂ। ਪਾਤਸ਼ਾਹ ਜੀ ਕਹਿਣ ਲੱਗੇ ਮੇਰੇ ਵੱਲ ਵੇਖ। ਨੇਤਰਾਂ ਦੇ ਵਿੱਚ ਜਦੋਂ ਨੇਤਰ ਪਏ ਤੇ ਸਤਿਗੁਰੂ ਜੀ ਦੇ ਘਰ ਦੀ ਕਿਰਪਾ ਰਹਿਮਤ ਹੋ ਗਈ। ਕਹਿਣ ਲੱਗੇ ਵਿਸਮਾਦ ਦੇ ਵਿੱਚ ਪਹੁੰਚ ਗਿਆ ਜਾਨੀ ਖਾਂ, ਸੱਚਖੰਡ ਪ੍ਰਾਪਤ ਹੋਇਆ ਜਾਨੀ ਖਾਂ। ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਦਾ ਅਰਦਾਸ ਕਰਿਆ ਕਰੀਏ, ਸਤਿਗੁਰੂ ਜੀਓ ਨਿਮਾਣੇ ਜੇ ਸਿੱਖ ਹਾਂ, ਤੇਰੇ ਚਰਨਾਂ ਵਿੱਚ ਜੁੜਦੇ ਹਾਂ, ਤੇਰੇ ਪੁਰਬ ਮਨਾ ਰਹੇ ਹਾਂ। ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀਓ ਇਹ ਹਾੜ ਦਾ ਮਹੀਨਾ ਚੜ੍ਹਿਆ ਹੈ, ਇਸ ਮਹੀਨੇ ਦੇ ਅੰਦਰ ਸਾਡੇ ਤੇ ਕਿਰਪਾ ਕਰ ਦਿਓ। ਸਤਿਗੁਰੂ ਜੀਓ ਪਿਛਲਾ ਮਹੀਨਾ ਸੁੱਖਾਂ ਨਾਲ ਬਤੀਤ ਹੋਇਆ ਹੈ, ਹੁਕਮ ਦੇ ਵਿੱਚ ਬਤੀਤ ਹੋਇਆ ਹੈ, ਤੇ ਇਹ ਹਾੜ ਦਾ ਮਹੀਨਾ ਚੜ੍ਹਿਆ ਹੈ। ਇਸ ਮਹੀਨੇ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰਨ। ਸਤਿਗੁਰੂ ਜੀਓ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਤੇਰੇ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ। ਇਹ ਨਾਜ਼ੀਜ਼ ਬੰਦਾ ਇਨਸਾਨ ਅਰਦਾਸ ਕਰਦਾ ਹੈ, ਅਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਹਾੜ ਦਾ ਮਹੀਨਾ ਉਹਨਾਂ ਨੂੰ ਭਾਈ ਚੰਗਾ ਲੱਗਦਾ ਹੈ ਜਿਨ੍ਹਾਂ ਦੇ ਜੀਵਨ ਦੇ ਅੰਦਰ ਪਰਮਾਤਮਾ ਦੇ ਘਰ ਦੀ ਬੰਦਗੀ, ਪਰਮਾਤਮਾ ਦੇ ਘਰ ਦਾ ਸਿਮਰਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਰਹਿਮਤਾਂ ਵਰਤਾਉਣ। ਆਪ ਜੀ ਸਮੂਹ ਸਾਧ ਸੰਗਤ ਦੀਆਂ ਕੀਤੀਆਂ ਸੇਵਾਵਾਂ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ ਜੀ। ਪਾਤਸ਼ਾਹ ਜੀ ਕਿਰਪਾ ਕਰਨ ਜੀ। ਸਮੂਹ ਸਾਧ ਸੰਗਤ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਬਹੁਤ ਬਹੁਤ ਵਧਾਈਆਂ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।